ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪੰਜਵਾਂ। ਤਰਨ ਸੁਵੰਨੇ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਵੁਠਾ। ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਮਹਲਾ ਪੰਜਵਾਂ। ਫਿਰਦੇ ਫਿਰਦੇ ਦਹ ਦਿਸਾ, ਜਲ ਪਰਬਤ ਬਨ ਰਾਏ। ਜਿਥੈ ਡਿਠਾ ਮਿਰਤ ਕੋ, ਇਲ ਬਹਿਠੀ ਆਏ। ਪਾਉੜੀ। ਜਿਸ ਸਰਬ ਸੁਖਾਂ ਫਲ ਲੋੜੀ ਹੈ, ਸੋ ਸੱਚ ਕਮਾਵੋ। ਨੇੜੇ ਦੇਖੋ ਪਾਰ ਬ੍ਰਹਮ, ਇਕ ਨਾਮ ਧਿਆਵੋ। ਹੋਏ ਸਗਲ ਕੀ ਰੇਨੁਕਾ, ਹਰ ਸੰਗ ਸਮਾਵੋ। ਦੁਖ ਨਾ ਦੇਈ ਕਿਸੈ ਜੀ, ਪਤ ਸਿਉ ਕਰ ਜਾਵੋ। ਪਤਿਤ ਪੁਨੀਤ ਕਰਤਾ ਪੁਰਖ, ਨਾਨਕ ਸੁਨਾਵੋ। ਪਤਿਤ ਪੁਨੀਤ ਕਰਤਾ ਪੁਰਖ, ਨਾਨਕ ਸੁਨਾਵੋ। ਸ਼ਲੋਕ ਮਹਲਾ ਪੰਜਵਾਂ। ਤਰਨ ਸੁਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਵੁਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਆਓ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਅਮਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਦੀ ਦੂਸਰੀ ਵਾਰ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। 16 ਸ਼ਲੋਕਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 17ਵੇਂ ਸ਼ਲੋਕ ਦੀ ਕਥਾ ਆਰੰਭ ਹੋ ਰਹੀ ਹੈ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਨਵਾਜ਼ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਕਈ ਵਾਰੀ ਅਸੀਂ ਕੋਈ ਕੰਮ ਕਾਜ ਕਰਦੇ ਹਾਂ, ਉਹਦੇ ਵਿੱਚ ਵਿਘਨ ਪੈਂਦੇ ਰਹਿੰਦੇ ਨੇ। ਕੋਈ ਇਹੋ ਜਿਹਾ ਹੈ ਤਰੀਕਾ ਜਿਹਦੇ ਨਾਲ ਸਾਡੇ ਸਾਰੇ ਕੰਮਕਾਰ ਆਸਾਨੀ ਨਾਲ ਨੇਪਰੇ ਚੜ੍ਹ ਸਕਦੇ ਹੋਣ? ਤਾਂ ਹਜ਼ੂਰ ਕਹਿੰਦੇ, ਭਾਈ ਹਾਂ, ਇੱਕ ਗੱਲ ਹੈ, ਤੁਸੀਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ। ਕੀਤਾ ਲੋੜੀਐ ਕੰਮ ਸੋ ਹਰਿ ਪੈ ਆਖੀਐ, ਕਾਰਜ ਦੇਹ ਸੁਆਰ ਸਤਿਗੁਰ ਸੱਚ ਸਾਖੀਐ। ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸਤਿਗੁਰੂ ਦਾ ਹੁਕਮਨਾਮਾ ਸੁਣ ਕੇ ਤੁਸੀਂ ਕਾਰਜ ਆਰੰਭ ਕਰੋਗੇ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇ ਨਿਬਾਹੇ। ਸਿਰ ਉਪਰ ਠੰਡਾ ਗੁਰਸੂਰਾ, ਨਾਨਕ ਤਾਂ ਕਿ ਕਾਰਜ ਪੂਰਾ। ਫਿਰ ਤੁਹਾਡੇ ਸਾਰੇ ਹੀ ਕੰਮ ਸੰਪੂਰਨ ਹੋ ਸਕਦੇ ਹਨ। ਸਤਿਗੁਰੂ ਦੀ ਪ੍ਰਸੰਨਤਾ ਹੋਣੀ ਜ਼ਰੂਰੀ ਹੈ। ਲਓ ਹੁਣ ਸਤਿਗੁਰੂ ਦੀ ਪ੍ਰਸੰਨਤਾ ਦੇ ਨਾਲ ਜੋ ਕੁਝ ਸਾਨੂੰ ਪ੍ਰਾਪਤ ਹੁੰਦਾ ਹੈ, ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀਓ। ਸ਼ਲੋਕ ਮਹੱਲਾ ਪੰਜਵਾਂ। ਤਰਨ ਸਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਬੁੱਠਾ। ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤ ਗੁਰ ਤੁਠਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਸ ਸ਼ਲੋਕ ਦਾ 99 ਕਰਕੇ ਅਰਥ ਲੱਗੇਗਾ, ਗੁਰੂ ਨਾਨਕ ਸਤਿਗੁਰ ਤੁਠਾ। ਜਿਨ੍ਹਾਂ ਤੇ ਗੁਰ ਦਾ ਅਰਥ ਹੈ ਪੂਜਨੀਕ ਸੱਚਾ ਗੁਰੂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਠਿਆ ਹੈ। ਭਾਵ ਜਿਨ੍ਹਾਂ ਦੇ ਉੱਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋਏ ਹਨ। ਹਰ ਪ੍ਰੇਮ ਪੁਰਖ ਮਨ ਉਠਾ। ਫਿਰ ਉਹਨਾਂ ਦੇ ਮਨ ਦੇ ਵਿੱਚ ਹਰ ਜੋ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ, ਪੁਰਖ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਹੈ, ਉਹਦਾ ਪ੍ਰੇਮ ਉਹਨਾਂ ਦੇ ਮਨ ਦੇ ਵਿੱਚ ਵਸ ਗਿਆ। ਭਾਵ ਗੁਰੂ ਦੀ ਰਹਿਮਤ ਨਾਲ, ਗੁਰੂ ਦੀ ਮਿਹਰ ਨਾਲ ਉਸ ਪ੍ਰਭੂ ਦਾ ਪਿਆਰ ਮਨ ਵਿੱਚ ਆ ਕੇ ਵਸ ਜਾਂਦਾ ਹੈ। ਤੇ ਜਦੋਂ ਪ੍ਰਭੂ ਦਾ ਪਿਆਰ ਆ ਕੇ ਮਨ ਦੇ ਵਿੱਚ ਵਸ ਜਾਵੇ, ਧਰਨ ਸੁਵੰਨੀ ਸਾਡੀ ਸਰੀਰ ਰੂਪ ਧਰਤੀ ਵੀ ਅਥਵਾ ਬੁੱਧੀ ਰੂਪ ਧਰਤੀ ਵੀ ਸੁਵੰਨੀ ਬਹੁਤ ਸੋਹਣੇ ਰੰਗ ਦੀ ਬਣ ਜਾਂਦੀ ਹੈ। ਉਸ ਨੂੰ ਵੀ ਪ੍ਰੇਮ ਦੀ ਲਾਲੀ ਚੜ੍ਹ ਜਾਂਦੀ ਹੈ। ਖੜ ਰਤਨ ਜੜਾਵੀ, ਖੜ ਦਾ ਅਰਥ ਹੈ ਘਾਹ ਤੇ ਰਤਨ ਦਾ ਅਰਥ ਹੈ ਹਰੇ ਰੰਗ ਦੀ ਮਣੀ। ਹਜ਼ੂਰ ਕਹਿੰਦੇ ਨੇ ਉਹਨਾਂ ਗੁਰਮੁਖਾਂ ਦੀ ਸਰੀਰ ਰੂਪੀ ਧਰਤੀ ਵੀ ਸੁਵੰਨੀ ਸੋਹਣੇ ਰੰਗ ਦੀ ਬਣ ਜਾਂਦੀ ਹੈ। ਖੜ ਰਤਨ ਜੜਾਵੀ ਵੀ ਜੋ ਰਤਨਾਂ ਵਾਂਗੂ ਅਮੋਲਕ ਦੈਵੀ ਗੁਣ ਹਨ, ਔਰ ਉਹਨਾਂ ਰਤਨ ਰੂਪ ਘਾਹ ਦੇ ਨਾਲ ਜੜਾਵੀ ਜੜਤ ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੈ, ਉਹਨਾਂ ਗੁਰਮੁਖਾਂ ਦੀ ਸਰੀਰ ਰੂਪ ਧਰਤੀ ਵੀ ਤੇ ਹਿਰਦਾ ਰੂਪ ਧਰਤੀ ਵੀ, ਬੁੱਧੀ ਰੂਪ ਧਰਤੀ ਵੀ ਨਿਰਵਿਕਾਰ ਹੋ ਜਾਂਦੀ ਹੈ, ਪ੍ਰੇਮ ਦੇ ਸੋਹਣੇ ਰੰਗ ਵਾਲੀ ਬਣ ਜਾਂਦੀ ਹੈ। ਫਿਰ ਉਸ ਉੱਤੇ ਰਤਨਾਂ ਵਾਂਗੂ ਬੜਾ ਸੁੰਦਰ ਘਾਹ ਉਗਦਾ ਹੈ। ਇਹਦਾ ਮਤਲਬ ਇਹ ਹੈ, ਜਦੋਂ ਕਿਸੇ ਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ, ਫਿਰ ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰਤਨ ਅਥਵਾ ਵੈਰਾਗ ਆਦਿਕ ਦੈਵੀ ਗੁਣ, ਇਹ ਰਤਨਾਂ ਵਾਂਗ ਖੜ ਘਾਹ ਉਹਨਾਂ ਦੇ ਅੰਦਰ ਪੈਦਾ ਹੁੰਦਾ ਹੈ। ਜਾਂ ਇਹਦਾ ਦੂਜਾ ਭਾਵ ਇਹ ਵੀ ਲਿਆ ਹੈ, ਖੜ ਰਤਨ ਜੜਾਵੀ। ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ, ਧਰਤੀ ਉੱਤੇ ਬੜੀ ਸੋਹਣੀ ਹਰਿਆਵਲਤਾ ਨਜ਼ਰ ਆਉਂਦੀ ਹੈ ਤੇ ਘਾਹ ਦੇ ਉੱਤੇ ਜਿਹੜੇ ਤ੍ਰੇਲ ਦੇ ਤੁਪਕੇ ਨੇ, ਸੂਰਜ ਦੀ ਧੁੱਪ ਪੈਣ ਦੇ ਨਾਲ ਉਹ ਇਸ ਤਰ੍ਹਾਂ ਦੂਰੋਂ ਪ੍ਰਤੀਤ ਹੁੰਦੇ ਹਨ ਜਿਵੇਂ ਹੀਰੇ ਰਤਨ ਜਵਾਹਰਾਤ ਧਰਤੀ ਉੱਤੇ ਚਮਕ ਰਹੇ ਹੋਵਣ। ਇਹ ਅੰਮ੍ਰਿਤ ਵੇਲੇ ਦਾ ਦ੍ਰਿਸ਼ ਹੁੰਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਤੇ ਗੁਰੂ ਨਾਨਕ ਪ੍ਰਸੰਨ ਹੁੰਦੇ ਹਨ, ਉਹਨਾਂ ਦੇ ਮਨ ਦੇ ਵਿੱਚ ਪ੍ਰਭੂ ਦਾ ਪਿਆਰ ਵਸ ਜਾਂਦਾ ਹੈ। ਫਿਰ ਉਹਨਾਂ ਦੀ ਬੁੱਧੀ ਰੂਪੀ ਧਰਤੀ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਨਾਲ ਨਿਰਵਿਕਾਰ ਹੋ ਜਾਂਦੀ ਹੈ। ਫਿਰ ਉਸ ਦੇ ਅੰਦਰ ਸ਼ੁਭ ਗੁਣਾਂ ਦਾ ਘਾਹ ਤੇ ਵਾਹਿਗੁਰੂ ਦੇ ਨਾਮ ਤੇ ਪ੍ਰੇਮ ਰੂਪੀ ਇਹ ਮਾਨੋ ਇਹ ਜਿਹੜੇ ਤ੍ਰੇਲ ਦੇ ਤੁਪਕੇ ਨੇ, ਇਹ ਘਾਹ ਵਾਂਗੂ, ਜਿਵੇਂ ਘਾਹ ਤੇ ਤ੍ਰੇਲ ਦੇ ਤੁਪਕੇ ਹੀਰੇ ਮੋਤੀਆਂ ਵਾਂਗੂ ਚਮਕਦੇ ਨੇ, ਇਸੇ ਤਰ੍ਹਾਂ ਉਸ ਸ਼ੁਭ ਗੁਣਾਂ ਦੇ ਘਾਹ ਦੇ ਨਾਲ ਨਾਮ ਤੇ ਪ੍ਰੇਮ ਰੂਪੀ ਜਿਹੜੇ ਤ੍ਰੇਲ ਦੇ ਤੁਪਕੇ ਹਨ, ਇਹ ਹੀਰੇ ਰਤਨਾਂ ਵਾਂਗੂ ਜੜੇ ਹੋਏ ਪ੍ਰਤੀਤ ਹੁੰਦੇ ਹਨ। ਸਭੇ ਕਾਜ ਸੁਹੇਲੜੇ ਥੀਏ, ਇਸ ਢੰਗ ਦੇ ਨਾਲ ਗੁਰੂ ਦੀ ਰਹਿਮਤ ਦੇ ਨਾਲ ਸਾਡੇ ਸਾਰੇ ਕਾਰਜ ਹੀ ਸੁਹੇਲੜੇ ਥੀਏ, ਬੜੇ ਸੌਖੇ ਢੰਗ ਦੇ ਨਾਲ ਸੰਪੂਰਨ ਹੋ ਗਏ ਹਨ। ਸਾਡੇ ਸਾਰੇ ਕਾਰਜ ਬੜੀ ਆਸਾਨੀ ਦੇ ਨਾਲ ਸੰਪੂਰਨ ਹੋਏ ਨੇ, ਚਾਹੇ ਉਹ ਦੁਨਿਆਵੀ ਕਾਰਜ ਸਨ, ਚਾਹੇ ਉਹ ਅਧਿਆਤਮਕ ਸਨ, ਤੇ ਚਾਹੇ ਉਹ
ਪ੍ਰਭੂ ਦੀ ਪ੍ਰਾਪਤੀ ਦੇ ਸਨ ਤੇ ਚਾਹੇ ਜੀਵਨ ਸਫਲਤਾ ਦੇ ਉਕਾਰੇ ਸਨ। ਜਦੋਂ ਗੁਰੂ ਦੀ ਪ੍ਰਸੰਨਤਾ ਹੋਈ, ਸਾਰੇ ਕਾਰਜ ਆਪਣੇ ਆਪ ਹੀ ਬੜੇ ਸੌਖੇ ਢੰਗ ਦੇ ਨਾਲ ਸੰਪੂਰਨ ਹੋ ਗਏ ਹਨ। ਮਹੱਲਾ ਪੰਜਵਾਂ। ਫਿਰਦੀ ਫਿਰਦੀ ਦਹ ਦਿਸ਼ਾ ਜਲ ਪਰਬਤ ਬਨਰਾਏ। ਜਿੱਥੇ ਡਿਠਾ ਮਿਰਚ ਕੋ ਇਲ ਬੈਠੀ ਆਏ। ਲੋ ਹੁਣ ਇਸ ਦੂਸਰੇ ਸ਼ਲੋਕ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਲ ਦੇ ਦ੍ਰਿਸ਼ਟਾਂਤ ਦੁਆਰਾ ਮੰਦ ਵੈਰਾਗੀ ਪੁਰਖ ਦੀ ਦਸ਼ਾ ਵਰਣਨ ਕਰਦੇ ਹਨ। ਇਲ ਇੱਕ ਪੰਛੀ ਹੈ ਤੇ ਇਲ ਆਕਾਸ਼ ਦੇ ਵਿੱਚ ਬਹੁਤ ਉੱਚਾ ਸਮਾਂ, ਬਹੁਤ ਉੱਚਾ ਤੇ ਬਹੁਤ ਲੰਬਾ ਸਮਾਂ ਉੱਡਦੀ ਰਹਿੰਦੀ ਹੈ। ਇਲ ਦੀ ਨਿਗਾਹ ਵੀ ਬੜੀ ਤੇਜ਼ ਹੁੰਦੀ ਹੈ। ਉਹ ਆਕਾਸ਼ ਵਿੱਚ ਉੱਡਦੀ ਹੋਈ ਹਮੇਸ਼ਾ ਧਰਤੀ ਵਾਲੀ ਆਪਣੀ ਨਿਗਾਹ ਰੱਖਦੀ ਹੈ। ਜਿੱਥੇ ਕੋਈ ਉਸ ਨੂੰ ਮੁਰਦਾਰ ਪਿਆ ਦਿਸ ਪਵੇ, ਫਿਰ ਉਹਦੇ ਉੱਤੇ ਆ ਕੇ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਮੰਦ ਕਰਮੀ ਦੀ ਹਾਲਤ ਹੁੰਦੀ ਹੈ। ਜਿਹੜਾ ਮੰਦ ਵੈਰਾਗੀ ਪੁਰਸ਼ ਹੁੰਦਾ ਹੈ, ਜਦੋਂ ਉਹਦੇ ਮਨ ਦੇ ਵਿੱਚ ਉਛਾਲ ਉੱਠਦਾ ਹੈ, ਉਹ ਆਪਣਾ ਘਰ-ਬਾਰ ਪਰਿਵਾਰ ਛੱਡ ਕੇ ਜੰਗਲਾਂ ਤੇ ਪਹਾੜਾਂ ਦੇ ਵਿੱਚ ਜਾ ਕੇ ਵਿਚਰਨਾ ਸ਼ੁਰੂ ਕਰ ਦਿੰਦਾ ਹੈ। ਫਿਰਦੀ ਫਿਰਦੀ ਦਹ ਦਿਸ਼ਾ ਜਲ ਪਰਬਤ ਬਨਰਾਏ। ਜਿਵੇਂ ਇਲ ਦਸੋ ਦਿਸ਼ਾ ਦੇ ਵਿੱਚ ਫਿਰਦੀ ਫਿਰਦੀ, 10 ਦਿਸ਼ਾ ਕਿਹੜੀਆਂ ਨੇ? 4 ਤਾਂ ਮੁੱਖ ਦਿਸ਼ਾ ਨੇ, 4 ਉਪ ਦਿਸ਼ਾ ਨੇ। ਧਰਤੀ ਤੇ ਅਸਮਾਨ ਦੀ ਦਿਸ਼ਾ ਰਲਾ ਕੇ 10 ਦਿਸ਼ਾ ਬਣ ਜਾਂਦੀਆਂ। ਇਉਂ ਜਿਹੜੀ ਉਹ ਇਲ ਹੈ, ਦਸੋ ਦਿਸ਼ਾ ਦੇ ਵਿੱਚ ਫਿਰਦੀ ਫਿਰਦੀ। ਇਸ ਤੋਂ ਇਲਾਵਾ ਜਲ ਪਰਬਤ ਬਨਰਾਏ। ਜਿੱਥੇ ਪਾਣੀ ਵਾਲੇ ਥਾਂ ਹੁੰਦੇ ਨੇ, ਦਰਿਆ ਹੁੰਦੇ ਨੇ, ਸਮੁੰਦਰਾਂ ਦੇ ਕਿਨਾਰਿਆਂ ਤੇ ਵੀ ਪਰਬਤ, ਜਿਹੜੇ ਉੱਚੇ ਉੱਚੇ ਪਹਾੜ ਨੇ। ਬਨਰਾਏ ਦਾ ਅਰਥ ਹੈ ਬਨਾਸਪਤੀ, ਭਾਵ ਜੰਗਲ। ਇਹਨਾਂ ਸਾਰੀਆਂ ਥਾਵਾਂ ਤੇ ਇਲ ਫਿਰਦੀ ਹੈ, ਪਰ ਜਿਹੜੀ ਉਹਦੀ ਅੰਦਰੋਂ ਵਾਸ਼ਨਾ ਹੁੰਦੀ ਹੈ, ਉਹ ਹੈ ਮੁਰਦਾਰ ਖਾਣ ਦੀ। ਇਸੇ ਤਰ੍ਹਾਂ ਜਿਹੜਾ ਮੰਦ ਵੈਰਾਗੀ ਪੁਰਸ਼ ਹੁੰਦਾ ਹੈ, ਉਹ ਭਾਵੇਂ ਸਾਧੂਆਂ ਵਾਲਾ ਬਾਣਾ ਧਾਰਨ ਕਰਕੇ ਇਲ ਵਾਂਗੂ ਉਡਾਰੀਆਂ ਮਾਰਦਾ ਹੈ। ਦਸੋ ਦਿਸ਼ਾ ਦੇ ਵਿੱਚ ਪਾਣੀ ਦੇ ਕਿਨਾਰਿਆਂ ਤੇ, ਤੀਰਥਾਂ ਤੇ ਕਿਨਾਰਿਆਂ ਤੇ, ਪਹਾੜਾਂ ਤੇ ਜਾ ਕੇ, ਜੰਗਲਾਂ ਦੇ ਵਿੱਚ ਜਾ ਕੇ ਵੀ ਭਟਕਦਾ ਫਿਰਦਾ ਹੈ, ਪਰ ਉਹਦਾ ਸੁਭਾਅ ਇਲ ਵਰਗਾ ਹੁੰਦਾ ਹੈ। ਇਲ ਦਾ ਸੁਭਾਅ ਕੀ ਹੁੰਦਾ ਹੈ? ਜਿੱਥੇ ਡਿਠਾ ਮਿਰਤਕੋ ਇਲ ਬੈਠੀ ਆਏ। ਜਿੱਥੇ ਉਹ ਇਲ, ਮਿਰਤਕੋ ਦਾ ਅਰਥ ਹੈ ਮੁਰਦਾਰ, ਵੇਖ ਲੈਂਦੀ ਹੈ। ਭਾਵ ਜਿੱਥੇ ਕੋਈ ਮਰਿਆ ਪਸ਼ੂ, ਮਰਿਆ ਜਾਨਵਰ ਉਹਦੀ ਨਿਗਾਹ ਵਿੱਚ ਆ ਜਾਂਦਾ ਹੈ, ਇਲ ਬੈਠੀ ਆਏ, ਉਹ ਇਲ ਉਹਦੇ ਉੱਪਰ ਆ ਕੇ ਬੈਠ ਜਾਂਦੀ ਹੈ। ਉਸ ਮੁਰਦੇ ਦਾ ਮਾਸ ਖਾਣਾ ਸ਼ੁਰੂ ਕਰ ਦਿੰਦੀ ਹੈ। ਇਹੀ ਮੰਦ ਵੈਰਾਗੀ ਦੀ ਹਾਲਤ ਹੁੰਦੀ ਹੈ। ਭਾਵੇਂ ਉਹ ਧਾਰਮਿਕ ਬੁਰਕਾ ਪਹਿਨ ਵੀ ਲਵੇ, ਚਾਹੇ ਉਹ ਸੰਤੇ ਫਕੀਰੀ ਦਾ ਵੇਸ਼ ਧਾਰਨ ਵੀ ਕਰ ਲਵੇ, ਪਰ ਉਹਦੀ ਜਿਹੜੀ ਅੰਦਰੋਂ ਵਾਸ਼ਨਾ ਹੈ, ਉਹ ਤੇ ਮੁਰਦਾਰ ਖਾਣ ਦੀ ਹੀ ਹੁੰਦੀ ਹੈ। ਪਰਾਇਆ ਘਰ, ਪਰਾਇਆ ਧਨ, ਪਰਾਇਆ ਹੱਕ, ਪਰਾਇਆ ਮਾਲ ਚਰਾਉਣ ਦੀ ਹੁੰਦੀ ਹੈ। ਜਿੱਥੇ ਉਹ ਮੁਰਦਾਰ ਵੇਖਦਾ ਹੈ, ਮੁਰਦਾਰ ਕੀ ਹੈ? ਕੂੜ ਬੋਲ ਮੁਰਦਾਰ ਖਾਏ। ਜਿਹੜਾ ਪਰਾਇਆ ਹੱਕ ਹੈ, ਇਹ ਮੁਰਦਾਰ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਬਚਨ ਨੇ ਕਿ ਜਿਹੜੇ ਦੁਨੀਆ ਦੇ ਵਿੱਚ 2 ਧਰਮ ਨੇ, ਇੱਕ ਹਿੰਦੂ ਧਰਮ ਹੈ, ਦੂਸਰਾ ਇਸਲਾਮ ਧਰਮ ਹੈ, ਪਰ ਸਤਿਗੁਰੂ ਮਹਾਰਾਜ ਦੇ ਬਚਨ ਨੇ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਹਿੰਦੂ ਦੇ ਲਈ ਪਰਾਇਆ ਹੱਕ ਗਊ ਦੇ ਮਾਸ ਬਰਾਬਰ ਹੈ, ਕਿਉਂਕਿ ਹਿੰਦੂ ਲੋਕ ਗਊ ਨੂੰ ਮਾਂ ਦਾ ਦਰਜਾ ਦਿੰਦੇ ਹਨ ਤੇ ਉਹਦੀ ਬੜੀ ਇੱਜ਼ਤ ਵੀ ਕਰਦੇ ਹਨ। ਪਰ ਜਿਹੜਾ ਪਰਾਇਆ ਹੱਕ ਹੈ, ਉਹ ਹਿੰਦੂ ਦੇ ਲਈ ਗਾਂ ਦੇ ਮਾਸ ਬਰਾਬਰ ਹੈ, ਤੇ ਜਿਹੜਾ ਮੁਸਲਮਾਨ ਹੈ ਉਹਦੇ ਲਈ ਸੂਰ ਦੇ ਬਰਾਬਰ ਹੈ। ਮੁਸਲਮਾਨ ਸੂਰ ਨੂੰ ਨਫ਼ਰਤ ਕਰਦੇ ਹਨ, ਸੂਰ ਨੂੰ ਬਦ ਕਹਿੰਦੇ ਨੇ,
ਪਰ ਹਜ਼ੂਰ ਕਹਿੰਦੇ ਨੇ ਜਿਹੜਾ ਪਰਾਇਆ ਹੱਕ ਹੈ, ਪਰਾਇਆ ਮਾਲ ਹੈ, ਪਰਾਇਆ ਧਨ ਹੈ, ਪਰਾਇਆ ਰੂਪ ਹੈ, ਇਹ ਵੀ ਮੁਰਦਾਰ ਦੇ ਤੋਲੀ ਹੈ। ਪਰ ਮੰਦ ਵੈਰਾਗੀ ਪੁਰਸ਼ ਦੀ ਹਾਲਤ ਇਹ ਹੁੰਦੀ ਹੈ, ਜਿੱਥੇ ਉਹ ਮੁਰਦਾਰ ਨੂੰ ਵੇਖਦਾ ਹੈ ਉੱਥੇ ਆ ਕੇ ਡਿੱਗ ਪੈਂਦਾ ਹੈ। ਆਪਣਾ ਧਰਮ ਕਰਮ ਸਿੱਖੀ ਦੇ ਅਸੂਲ ਸਿੱਕੇ ਤੇ ਟੰਗ ਦਿੰਦਾ ਹੈ, ਉਹਨੂੰ ਸਭ ਕੁਝ ਹੀ ਭੁੱਲ ਜਾਂਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ, ਭਾਈ ਠੀਕ ਹੈ, ਸੇਵਾ ਲਈ ਪ੍ਰਚਾਰ ਲਈ ਜੇ ਤੁਹਾਨੂੰ ਕਿਧਰੇ ਜਾਣਾ ਪਵੇ ਤਾਂ ਤੁਸੀਂ ਜੀ ਸਦਕੇ ਜਾ ਸਕਦੇ ਹੋ। ਵੈਸੇ ਆਪਣੇ ਜੀਵਨ ਦੇ ਵਿੱਚ ਗ੍ਰਸਤੀ ਹੋ ਕੇ ਪਰਿਵਾਰ ਦੇ ਵਿੱਚ ਰਹਿਣਾ ਔਰ ਇਹ ਗੁਰਸਿੱਖਾਂ ਦੇ ਲਈ ਬਹੁਤ ਵਧੀਆ ਜੀਵਨ ਜਾਚ ਸਤਿਗੁਰੂ ਮਹਾਰਾਜ ਨੇ ਦੱਸੀ ਹੈ। ਤੇ ਜਿਹੜੇ ਘਰ-ਬਾਰ ਪਰਿਵਾਰ ਛੱਡ ਕੇ ਬੇਹੰਗਮੀ ਠਾਠ ਦੇ ਵਿੱਚ ਸੰਸਾਰ ਦੇ ਵਿੱਚ ਵਿਚਰਦੇ ਨੇ, ਫਿਰ ਜਿਹੜੀਆਂ ਚੀਜ਼ਾਂ ਨੂੰ ਉਹ ਛੱਡ ਕੇ ਆਏ ਹੁੰਦੇ ਨੇ, ਚਾਹੇ ਪਰਾਇਆ ਘਰ ਹੁੰਦਾ ਹੈ, ਪਰਾਇਆ ਰੂਪ ਹੁੰਦਾ ਹੈ, ਪਰ ਉਹਨਾਂ ਦਾ ਮਨ ਉੱਥੇ ਆ ਕੇ ਡੋਲ ਜਾਂਦਾ ਹੈ। ਉਹਨਾਂ ਦੀ ਹਾਲਤ ਉੱਥੇ ਇੱਲ ਵਰਗੀ ਹੁੰਦੀ ਹੈ ਵੀ ਜਿਵੇਂ ਇੱਲ ਦਸੋ ਦਿਸ਼ਾ ਦੇ ਵਿੱਚ ਫਿਰਦੀ ਫਿਰਦੀ ਮੁਰਦਾਰ ਤੇ ਆ ਕੇ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਜਿਨ੍ਹਾਂ ਦੀ ਅਵਸਥਾ ਪਰਪੱਕ ਨਹੀਂ ਹੁੰਦੀ, ਕੱਚੇ ਪਿੱਲੇ ਪਖੰਡੀ ਲੋਕ ਹੁੰਦੇ ਨੇ, ਜਿੱਥੇ ਪਰਾਇਆ ਹੱਕ ਪਰਾਇਆ ਰੂਪ ਵੇਖਦੇ ਨੇ, ਫਿਰ ਉੱਥੇ ਆ ਕੇ ਉਹਨਾਂ ਦਾ ਮਨ ਡਿੱਗ ਪੈਂਦਾ ਹੈ। ਜਿਵੇਂ ਮੁਰਦਾਰ ਨੂੰ ਵੇਖ ਕੇ ਇਹ ਉੱਥੇ ਆ ਕੇ ਬੈਠ ਜਾਂਦੀ ਹੈ, ਇਹੀ ਹਾਲਤ ਉਹਨਾਂ ਦੀ ਹੁੰਦੀ ਹੈ। ਪਾਉੜੀ ਜਿਸ ਸਰਬ ਸੁਖਾਂ ਫਲ ਲੋੜੀਐ ਹੈ, ਸੋ ਸੱਚ ਕਮਾਵੋ। ਲਓ ਹੁਣ ਪੌੜੀ ਵਿੱਚ ਹਜ਼ੂਰ ਫਰਮਾਉਂਦੇ ਨੇ, ਜੇ ਸਰਬ ਸੁਖਾਂ ਫਲ ਲੋੜੀਐ, ਗੁਰਮੁਖੋ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਸਾਰੇ ਸੁਖਾਂ ਦਾ ਫਲ ਚਾਹੁੰਦੇ ਹੋ, ਸੋ ਸੱਚ ਕਮਾਵੋ। ਲੋ ਉਹਨਾਂ ਨੂੰ ਸਾਡੀ ਤਾਕੀਦ ਹੈ, ਜੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਸੋਂ ਸਾਰੇ ਸੁੱਖਾਂ ਦਾ ਫਲ ਚਾਹੁੰਦੇ ਹੋ ਤੇ ਫਿਰ ਉਹ ਸੱਚ ਨੂੰ ਕਮਾਓ, ਭਾਵ ਸੱਚੇ ਨਾਮ ਦੀ ਕਮਾਈ ਕਰੋ। ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਗੁਰ ਮੰਤਰ ਦਾ ਜਾਪ ਅਭਿਆਸ ਕਰੋ, ਫਿਰ ਜੋ ਵੀ ਚਾਹੋਗੇ ਉਹੀ ਕੁਛ ਮਿਲ ਸਕਦਾ ਹੈ। ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ। ਲੋ ਹੋਰ ਸਤਿਗੁਰੂ ਸਿੱਖਿਆ ਦਿੰਦੇ ਨੇ, ਗੁਰਮੁਖੋ ਤੁਸੀਂ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨੇੜੇ ਤੱਕੋ, ਵੀ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਨਾਲ ਵਸ ਰਿਹਾ ਹੈ। ਜਹ ਜੈ ਮਨ ਤੂੰ ਧਾਮਦਾ, ਤਹ ਤਹ ਹਰਿ ਜੀਉ ਤੇਰੇ ਨਾਲੇ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ। ਦੋਏ ਦੋਏ ਲੋਚਨ ਪੇਖਾ, ਹੋ ਹਰ ਬਿਨ ਔਰ ਨਾ ਦੇਖਾ। ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨੇੜੇ ਦੇਖੋ। ਜਿਹੜਾ ਉਸ ਪਰਮਾਤਮਾ ਨੂੰ ਨੇੜੇ ਦੇਖਦਾ ਹੈ ਫਿਰ ਉਹ ਕਦੇ ਬੁਰਾ ਨਹੀਂ ਕਰ ਸਕਦਾ। ਨਿਕਟ ਬੁੱਝੈ ਸੋ ਬੁਰਾ ਕਿਉਂ ਕਰੇ। ਜਿਹੜਾ ਆਦਮੀ ਰੱਬ ਨੂੰ ਨੇੜੇ ਸਮਝਦਾ ਹੈ ਉਹਦੇ ਕੋਲੋਂ ਮਾੜਾ ਹੋ ਹੀ ਨਹੀਂ ਸਕਦਾ, ਕਿਉਂਕਿ ਉਹਨੂੰ ਪਤਾ ਹੈ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਉਹ ਅਕਾਲ ਪੁਰਖ ਨੇ ਮੇਰੇ ਪਾਸੋਂ ਕਰਮਾਂ ਦਾ ਲੇਖਾ ਵੀ ਲੈਣਾ। ਇਸ ਲਈ ਜਿਹੜਾ ਰੱਬ ਨੂੰ ਨੇੜੇ ਵੇਖਦਾ ਹੈ ਉਹ ਕਦੇ ਵੀ ਮਾੜੇ ਕੰਮ ਦੇ ਵਿੱਚ ਪ੍ਰਵਿਰਤ ਨਹੀਂ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਨੇੜਾ ਦੇਖੋ ਪਾਰ ਬ੍ਰਹਮ ਗੁਰਮੁਖੋ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਨੇੜੇ ਅੰਗ ਸੰਗ ਵੇਖੋ, ਇੱਕ ਨਾਮ ਤੇ ਆਵੋ। ਸਿਰਫ ਇੱਕ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਰਹੋ। ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਹੋਏ ਸਗਲ ਕੀ ਰੇਣਕਾ ਹਰ ਸੰਗ ਸਮਾਵੋ। ਲੋ ਸਤਿਗੁਰੂ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਦਿੰਦੇ ਹਨ, ਗੁਰਮੁਖੋ ਫਿਰ ਸਭ ਦੇ ਚਰਨਾਂ ਦੀ ਧੂੜ ਬਣ ਜਾਓ। ਇੰਨੀ ਨਿਮਰਤਾ ਇੰਨੀ ਮਨ ਦੀ ਗਰੀਬੀ ਧਾਰਨ ਕਰ ਲਵੋ, ਸਭ ਦੇ ਚਰਨਾਂ ਦੀ ਧੂੜ ਬਣ ਜਾਵੋ। ਪਵੋ ਚਰਨਾਂ ਤਲ ਉਪਰ ਆਵੋ, ਐਸੀ ਸੇਵ ਕਮਾਵੋ। ਹਰ ਸੰਗ ਸਮਾਵੋ, ਸਭ ਦੇ ਚਰਨਾਂ ਦੀ ਧੂੜ ਬਣ ਕੇ ਤੇ ਵਾਹਿਗੁਰੂ ਦਾ ਅੱਠੇ ਪੈਰ ਸਿਮਰਨ ਕਰਕੇ ਹਰ ਸੰਗ ਸਮਾਵੋ। ਫਿਰ ਵਾਹਿਗੁਰੂ ਦੇ ਨਾਲ ਅਭੇਦ ਹੋ ਜਾਓ। ਦੁੱਖ ਨਾ ਦੇ ਕਿਸਾ ਜੀ ਪਤ ਸਿਉ ਕਰ ਜਾਵੋ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਉੱਤਮ ਸਿੱਖਿਆ ਬਖਸ਼ਿਸ਼ ਕਰ ਰਹੇ ਨੇ, ਗੁਰਮੁਖੋ ਕਿਸੇ ਵੀ ਜੀਵ ਨੂੰ ਦੁੱਖ ਨਾ ਦਿਓ।
ਕਿਸੇ ਮਨੁੱਖ ਦਾ ਵੀ ਦਿਲ ਦੁਖਾਉਣਾ ਚੰਗੀ ਗੱਲ ਨਹੀਂ ਹੈ, ਕਿਉਂਕਿ ਗੁਰਬਾਣੀ ਦਾ ਸਿਧਾਂਤ ਹੈ, ਹਿਆਉ ਨਾ ਕਹਿ ਠਾਏ ਮਾਣਕ ਸਭ ਅਮੋਲ ਵੇ। ਕਿਸੇ ਦੇ ਦਿਲ ਨੂੰ ਦੁਖਾਉਣਾ ਹਰਗਿਜ਼ ਨਹੀਂ ਵਾਹਿਗੁਰੂ ਨੂੰ ਚੰਗਾ ਲੱਗਦਾ, ਕਿਉਂਕਿ ਸਾਰੇ ਦੇ ਦਿਲਾਂ ਵਿੱਚ ਉਹ ਪਰਮਾਤਮਾ ਬੈਠਾ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਜਦੋਂ ਆਪਾਂ ਕਿਸੇ ਵੀ ਜੀਵ ਦੇ ਦਿਲ ਨੂੰ ਦੁਖਾਉਣੇ ਹਾਂ ਤੇ ਪਰਮਾਤਮਾ ਦੁਖੀ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਕਿਸੇ ਵੀ ਜੀਵ ਨੂੰ ਦੁੱਖ ਨਾ ਦਿਓ, ਕਿਸੇ ਗਰੀਬ ਤੇ ਜ਼ੁਲਮ ਨਾ ਢਾਓ, ਕਿਸੇ ਮਜਬੂਰ ਨੂੰ ਬਿਮਾਰ ਨੂੰ ਦੇਖ ਕੇ ਮਜ਼ਾਕ ਨਾ ਕਰੋ, ਤੇ ਨਾ ਹੀ ਆ ਜਿਹੜੇ ਹੋਰ ਜਾਨਵਰ ਨੇ ਪਸ਼ੂ ਪੰਛੀ ਆਦਿਕ ਇਹਨਾਂ ਨੂੰ ਵੀ ਦੁੱਖ ਨਾ ਦਿਓ। ਕਈ ਬੰਦਿਆਂ ਦਾ ਸੁਭਾਅ ਹੁੰਦਾ ਹੈ ਉਹ ਪਸ਼ੂਆਂ ਤੇ ਬੜਾ ਜ਼ੁਲਮ ਢਾਉਂਦੇ ਨੇ, ਪਰ ਸਤਿਗੁਰੂ ਕਹਿੰਦੇ ਕਿਸੇ ਵੀ ਜੀਵ ਨੂੰ ਦੁੱਖ ਨਾ ਦਿਓ, ਪਸ਼ੂ ਪੰਛੀਆਂ ਤੇ ਵੀ ਦਇਆ ਕਰੋ, ਕੀੜਿਆਂ ਮਕੌੜਿਆਂ ਤੇ ਵੀ ਤਰਸ ਕਰੋ, ਪਤਸਿਓਂ ਕਰ ਜਾਵੋ, ਫਿਰ ਬੜੀ ਸ਼ਾਨੋ ਸ਼ੌਕਤ ਨਾਲ ਤੁਸੀਂ ਆਪਣੇ ਘਰ ਪਰਲੋਕ ਨੂੰ ਜਾਓਗੇ। ਪਤਿਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਵੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ ਅਸੀਂ ਇਹ ਤੁਹਾਨੂੰ ਉਪਦੇਸ਼ ਸੁਣਾ ਰਹੇ ਹਾਂ। ਪਤਿਤ ਪੁਨੀਤ ਕਰਤਾ ਪੁਰਖ, ਉਹ ਕਰਤਾ ਪੁਰਖ ਸਿਰਜਣਹਾਰ ਸਰਵ ਵਿਆਪਕ ਸਰੂਪ ਵਾਹਿਗੁਰੂ ਪਤਿਤ ਪੁਨੀਤ, ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਜਿੰਨੇ ਵੀ ਪਾਪੀ ਨੇ, ਜੇ ਪਾਪੀ ਬੰਦੇ ਵੀ ਵਾਹਿਗੁਰੂ ਦੇ ਨਾਮ ਦੀ ਓਟ ਲੈ ਲੈਂਦੇ ਨੇ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਪਏ ਰਾਮ ਕਹਿਤ ਹੀ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਧਰਿਓ ਗਨਕਾ ਹੂੰ ਗਤ ਪਾਈ। ਇਉਂ ਉਹ ਵਾਹਿਗੁਰੂ ਵੱਡੇ ਵੱਡੇ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ। ਸ਼ਲੋਕ ਦੋਹਾ ਮਹੱਲਾ ਪੰਜਵਾਂ। ਏਕ ਜੈਸਾ ਜਨਮੈ ਕੀਆ ਸਰਬ ਕਲਾ ਸਮਰੱਥ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ 18ਵੇਂ ਸ਼ਲੋਕ ਦੇ ਵਿੱਚ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ ਬਈ ਦੁਨੀਆ ਦੇ ਵਿੱਚ ਅਸੀਂ ਆਪਣੇ ਮਿੱਤਰ ਬਣਾਉਣੇ ਹਾਂ, ਜੀਵਨ ਸਾਥੀ ਚੁਣਦੇ ਹਾਂ, ਪਰ ਸਾਨੂੰ ਕਿਹਦੇ ਨਾਲ ਮਿੱਤਰਤਾ ਕਰਨੀ ਚਾਹੀਦੀ ਹੈ। ਸ਼ਲੋਕ ਦੋਹਾ ਮਹੱਲਾ ਪੰਜਵਾਂ ਇਹ ਦੋਹਰੇ ਦੀ ਕਿਸਮ ਦਾ ਸ਼ਲੋਕ ਹੈ। ਸ਼ਲੋਕ ਤੇ ਦੋਹਰਾ ਦੋਨੋਂ ਹੀ ਕਾਵਿ ਰਚਨਾ ਦੇ ਵਿੱਚ ਛੰਦ ਮੰਨੇ ਗਏ ਨੇ। ਇਹ ਸ਼ਲੋਕ ਦੋਹਾ ਹੈ, ਦੋਹਰੇ ਦੀ ਕਿਸਮ ਦਾ ਸ਼ਲੋਕ ਹੈ। ਪੰਜਵੇਂ ਪਾਤਸ਼ਾਹ ਸਤਿਗੁਰੂ ਫਰਮਾ ਰਹੇ ਹਨ, ਏਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ। ਗੁਰਮੁਖੋ ਅਸਾਂ ਤੇ ਇੱਕੋ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਸੱਜਣ ਜੀਵਨ ਸਾਥੀ ਬਣਾਇਆ ਹੈ। ਸਰਬ ਕਲਾ ਸਮਰੱਥ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਰਬ ਕਲਾ ਸਮਰੱਥ ਹੈ। ਕਲਾ ਕਹਿੰਦੇ ਨੇ ਸ਼ਕਤੀ ਨੂੰ। ਉਹ ਵਾਹਿਗੁਰੂ ਅਨੰਤ ਕਲਾ ਦਾ ਮਾਲਕ ਹੈ, ਜੋ ਚਾਹੇ ਉਹ ਕਰ ਸਕਦਾ ਹੈ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਇੱਕ ਥਾਂ ਤੇ ਜ਼ਿਕਰ ਆਇਆ ਹੈ, 16 ਕਲਾ ਸੰਪੂਰਨ ਫਲਿਆ, ਅੰਤ ਕਲਾ ਹੋਏ ਠਾਕੁਰ ਚੜ੍ਹਿਆ। ਵਿਸ਼ਨੂੰ ਦੇ ਅਵਤਾਰ 24 ਹੋਏ ਨੇ, ਉਹਨਾਂ ਵਿੱਚੋਂ ਕ੍ਰਿਸ਼ਨ ਨੂੰ 16 ਕਲਾ ਅਵਤਾਰ ਮੰਨੇ, ਪਰ ਇਹ ਵਿਸ਼ਨੂੰ ਦੇ ਅਵਤਾਰਾਂ ਦੀ ਗੱਲ ਹੈ। ਉਹ ਕੋਈ 2 ਕਲਾ, ਕੋਈ 4 ਕਲਾ, ਕੋਈ 14 ਕਲਾ, ਕੋਈ 16 ਕਲਾ ਹੋਇਆ। ਇਸ ਤੋਂ ਅੱਗੇ ਹੋਰ ਕੋਈ ਨਹੀਂ ਵੱਧ ਸਕਿਆ। ਪਰ ਉਹ ਅਕਾਲ ਪੁਰਖ ਵਾਹਿਗੁਰੂ ਅਨੰਤ ਕਲਾ ਦਾ ਮਾਲਕ ਹੈ, ਸਰਬ ਕਲਾ ਸਮਰੱਥ। ਉਹ ਵਾਹਿਗੁਰੂ ਸਾਰੀਆਂ ਕਲਾ ਸ਼ਕਤੀਆਂ ਦਾ, ਸਾਰੇ ਹੁਨਰਾਂ ਦਾ, ਸਭ ਕਿਸਮ ਦੀਆਂ ਜਿੰਨੀਆਂ ਇਲਮਾਂ ਨੇ ਉਹਨਾਂ ਸਾਰਿਆਂ ਦਾ ਗਿਆਤਾ ਹੈ। ਇਉਂ ਸਰਬ ਕਲਾ ਸਮਰੱਥ ਹੈ। ਜਿਉ ਹਮਾਰਾ ਖੰਨੀਐ ਹਰ ਮਨ ਤਨ ਸੰਧੜੀ ਵੱਥ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਮਨ ਤਨ ਸੰਧੜੀ ਵੱਥ। ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਤੇ ਤਨ ਦੀ ਪਿਆਰੀ ਵਸਤੂ ਹੈ। ਉਸ ਵਾਹਿਗੁਰੂ ਦੇ ਨਾਲ ਤਨ ਕਰਕੇ ਵੀ ਅਸੀਂ ਪਿਆਰ ਕਰਦੇ ਹਾਂ, ਮਨ ਦੁਆਰਾ ਵੀ ਉਹਦੇ ਨਾਲ ਹੀ ਮੁਹੱਬਤ ਕਰਦੇ ਹਾਂ। ਉਹਦੇ ਨਾਲ ਸਾਡਾ ਬੜਾ ਸੱਚਾ ਸੁੱਚਾ ਪ੍ਰੇਮ ਹੈ। ਜੀਉ ਹਮਾਰਾ ਖੰਨੀਐ, ਇਸੇ ਲਈ ਸਾਡਾ ਜੀਉ, ਸਾਡੀ ਆਤਮਾ, ਸਾਡਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਕੁਰਬਾਨ ਜਾ ਰਿਹਾ ਹੈ। ਮਹੱਲਾ ਪੰਜਵਾਂ।
ਜੇ ਕਰ ਗਹਿ ਪਿਆਰੜੇ ਤੁਧ ਨਾ ਛੋਡਾ ਮੂਲ। ਲੋ ਹੁਣ ਇਹ ਅੱਗੇ ਜਿਹੜਾ ਸ਼ਲੋਕ ਆ ਰਿਹਾ ਹੈ ਇਹ ਖਾਸ ਕਰਕੇ ਆਨੰਦ ਕਾਰਜ ਦੀ ਜਦੋਂ ਰਸਮ ਹੁੰਦੀ ਹੈ ਉਸ ਵੇਲੇ ਲਾੜੇ ਦਾ ਪੱਲਾ ਜਦੋਂ ਲਾੜੀ ਨੂੰ ਪਕੜਾਇਆ ਜਾਂਦਾ ਹੈ ਉਸ ਵੇਲੇ ਰਾਗੀ ਸਿੰਘ ਇਸ ਸ਼ਲੋਕ ਦਾ ਗਾਇਨ ਕਰਦੇ ਹਨ। ਔਰ ਇਹ ਜਿਹੜਾ ਸ਼ਲੋਕ ਹੈ ਪਰਮਾਰਥੀ ਰੂਪ ਦੇ ਵਿੱਚ ਜਿਗਿਆਸੂ ਵੱਲੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕ ਬਚਨ ਹੈ, ਇੱਕ ਇਕਰਾਰ ਹੈ, ਇੱਕ ਪ੍ਰੋਮਿਸ ਹੈ। ਜੇਕਰ ਗਹਿ ਪਿਆਰੜੇ, ਹੇ ਪਿਆਰੇ ਪਤੀ ਅਕਾਲ ਪੁਰਖ ਵਾਹਿਗੁਰੂ, ਜੇਕਰ ਤੂੰ ਮੇਰਾ ਹੱਥ ਪਕੜ ਲਵੇਂ ਤੁਧ ਨਾ ਛੋਡਾਂ ਮੂਲ। ਤੇ ਮੈਂ ਇਹ ਪ੍ਰੋਮਿਸ ਕਰਦਾ ਹਾਂ, ਮੈਂ ਇਕਰਾਰ ਕਰਦਾ ਹਾਂ, ਮੈਂ ਕਦੇ ਵੀ ਮੂਲੋਂ ਵੀ ਤੈਨੂੰ ਛੱਡਾਂਗਾ ਨਹੀਂ। ਇਹ ਜਿਗਿਆਸੂ ਵੱਲੋਂ ਇੱਕ ਇਕਰਾਰ ਹੈ। ਇਸੇ ਤਰ੍ਹਾਂ ਇਹ ਸ਼ਬਦ ਇਸ ਲਈ ਆਨੰਦ ਕਾਰਜ ਪੱਲੇ ਦੀ ਰਸਮ ਵੇਲੇ ਪੜ੍ਹਿਆ ਜਾਂਦਾ ਹੈ ਤਾਂ ਕਿ ਉੱਥੇ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਤੀ ਪਤਨੀ ਵੱਲੋਂ ਇਹ ਇੱਕ ਇਕਰਾਰਨਾਮਾ ਹੁੰਦਾ ਹੈ ਜਿਹੜਾ ਸਤਿਗੁਰੂ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੁੰਦਾ ਹੈ। ਔਰ ਇਹ ਸ਼ਲੋਕ ਜਦੋਂ ਪੜ੍ਹਿਆ ਜਾਂਦਾ ਹੈ ਇਹ ਉਸ ਵੇਲੇ ਇੱਕ ਇਕਰਾਰਨਾਮਾ ਹੁੰਦਾ ਹੈ, ਇੱਕ ਵਾਅਦਾ ਹੁੰਦਾ ਹੈ, ਇੱਕ ਪ੍ਰੋਮਿਸ ਹੁੰਦਾ ਹੈ ਤੇ ਇਸ ਬੱਚਨ ਨੂੰ ਪੂਰਾ ਕਰਨਾ ਚਾਹੀਦਾ। ਹਜ਼ੂਰ ਕਹਿੰਦੇ ਨੇ, ਇਹ ਪਿਆਰੇ ਪਤੀ ਜੇ ਤੂੰ ਇੱਕ ਵਾਰੀ ਮੇਰਾ ਹੱਥ ਫੜ ਲਵੇਂ ਤੁਧ ਨਾ ਛੋਡਾਂ ਮੂਲ, ਤੇ ਮੈਂ ਸਾਰੀ ਉਮਰ ਤਾਂ ਜ਼ਿੰਦਗੀ ਬਿਲਕੁਲ ਤੈਨੂੰ ਛੱਡਾਂਗੀ ਨਹੀਂ। ਤੇ ਇਸੇ ਤਰ੍ਹਾਂ ਜਿਗਿਆਸੂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ ਹੈ, ਪਿਆਰੇ ਪਤੀ ਪਰਮੇਸ਼ਰ ਜੇਕਰ ਤੂੰ ਮੇਰਾ ਇੱਕ ਵਾਰੀ ਹੱਥ ਫੜ ਲਵੇਂ ਤੇ ਮੈਂ ਕਦੇ ਵੀ ਉਸ ਨੂੰ ਛੱਡਾਂਗਾ ਨਹੀਂ। ਹਰ ਛੋਡਣ ਸੇ ਦੁਰਜਨਾ ਪੜਹਿ ਦੋਜਕ ਕੈ ਸੂਲ। ਲੋ ਜਿਹੜੇ ਵਾਹਿਗੁਰੂ ਨੂੰ ਛੱਡ ਦਿੰਦੇ ਨੇ ਉਹ ਤੇ ਦੁਰਜਨਾ ਦਾ ਅਰਥ ਦੁਸ਼ਟ ਪੁਰਸ਼ ਨੇ, ਉਹ ਤੇ ਭੱਦਰ ਪੁਰਸ਼ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦਾ ਪੱਲਾ ਫੜ ਕੇ ਫਿਰ ਛੱਡ ਦਿੰਦੇ ਨੇ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਉਹ ਲੋਕ ਜਿਹੜੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋਣ ਤੋਂ ਬਾਅਦ ਬਿਨਾਂ ਕਿਸੇ ਖਾਸ ਕਾਰਨ ਤੋਂ, ਬਿਨਾਂ ਕਿਸੇ ਵਜ੍ਹਾ ਤੋਂ ਜੋ ਆਪਣੀ ਪਤਨੀ ਨੂੰ ਛੱਡਦੇ ਨੇ, ਇਹ ਉਹਨਾਂ ਲਈ ਵੀ ਸਿੱਖਿਆ ਹੈ, ਉਹਨਾਂ ਲਈ ਵੀ ਵਾਰਨਿੰਗ ਹੈ। ਹਰ ਛੋਡਣ ਸੇ ਦੁਰਜਨਾ, ਜਿਹੜੇ ਲੋਕ ਬਿਨਾਂ ਕਿਸੇ ਖਾਸ ਕਾਰਨ ਤੋਂ, ਬਿਨਾਂ ਵਜ੍ਹਾ ਤੋਂ ਆਪਣੀ ਪਤਨੀ ਦਾ ਪੱਲਾ ਛੱਡ ਦਿੰਦੇ ਨੇ, ਤਲਾਕ ਕਰ ਦਿੰਦੇ ਹਨ ਤੇ ਪੜ੍ਹੈ ਦੋਜਕ ਕੈ ਸੂਲ, ਉਹ ਵੀ ਨਰਕਾਂ ਦੇ ਦੁੱਖ ਵਿੱਚ ਜਾ ਕੇ ਪੈਂਦੇ ਨੇ। ਕਿਉਂਕਿ ਜਿਹੜਾ ਪ੍ਰਣ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੀਤਾ ਜਾਂਦਾ ਹੈ ਉਹਨੂੰ ਸਿਰ ਤੋੜ ਨਿਭਾਉਣਾ ਚਾਹੀਦਾ। ਠੀਕ ਹੈ, ਗ੍ਰਸਤੀ ਜੀਵਨ ਦੇ ਵਿੱਚ ਕਈ ਵਾਰੀ ਛੋਟੇ ਮੋਟੇ ਝਗੜੇ ਤੇ ਗਿਲੇ ਸ਼ਿਕਵੇ ਹੁੰਦੇ ਰਹਿੰਦੇ ਨੇ, ਪਰ ਉਹਨਾਂ ਨੂੰ ਬੜੀ ਸੁਹਿਰਦਤਾ ਨਾਲ ਦੂਰ ਕਰਨਾ ਚਾਹੀਦਾ ਹੈ। ਐਵੇਂ ਨਹੀਂ ਮਾੜੀ ਮੋਟੀ ਗੱਲ ਬਦਲੇ ਤਲਾਕ ਤੱਕ ਗੱਲ ਚਲੀ ਜਾਵੇ, ਇਹ ਗੁਰਮਤਿ ਦਾ ਅਸੂਲ ਨਹੀਂ ਹੈ। ਇਸੇ ਲਈ ਸਮਾਜਿਕ ਸਿੱਖਿਆ ਵੀ ਸਤਿਗੁਰੂ ਮਹਾਰਾਜ ਸਾਨੂੰ ਬਾਣੀ ਦੁਆਰਾ ਬਖਸ਼ਿਸ਼ ਕਰਦੇ ਹਨ ਤੇ ਨਾਲ ਪਰਮਾਰਥਕ ਸਿੱਖਿਆ ਵੀ ਹੈ। ਹਰ ਛੋਡਣ ਸੇ ਦੁਰਜਨਾ, ਗੁਰਮੁਖੋ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਪੱਲਾ ਛੱਡ ਦਿੰਦੇ ਨੇ, ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜਿਆਸ ਗੋਬਿੰਦ ਦਾਸ ਤੁਹਾਰ। ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਪੱਲਾ ਛੱਡ ਦਿੰਦੇ ਹਨ, ਪੜ੍ਹੈ ਦੋਜਕ ਕੈ ਸੂਲ, ਉਹ ਭਾਈ ਨਰਕਾਂ ਦੇ ਦੁੱਖ ਵਿੱਚ ਜਾ ਕੇ ਪੈਂਦੇ ਹਨ। ਪੌੜੀ ਸਭ ਨਿਧਾਨ ਕਰ ਜਿਸ ਦੈ ਹਰ ਕਰੇ ਸੋ ਹੋਵੈ। ਲੋ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰਦੇ ਹਨ। ਸਭ ਨਿਧਾਨ ਕਰ ਜਿਸ ਦੈ, ਜਿਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਸਾਰੇ ਖਜ਼ਾਨੇ ਨੇ। ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਆ, ਤੇਰਾ ਅੰਤ ਨ ਪਾਰਾ ਵਰਿਆ। ਉਸ ਵਾਹਿਗੁਰੂ ਦੇ ਘਰ ਸਾਰੇ ਹੀ ਖਜ਼ਾਨੇ ਨੇ, ਹਰ ਕਰੇ ਸੋ ਹੋਵੈ। ਤੇ ਫਿਰ ਵਾਹਿਗੁਰੂ ਸਰਬ ਕਲਾ ਸਮਰੱਥ ਵੀ ਹੈ, ਜੋ ਵੀ ਵਾਹਿਗੁਰੂ ਕਰਦਾ ਉਹੀ ਸੰਸਾਰ ਦੇ ਵਿੱਚ ਹੁੰਦਾ ਹੈ। ਜਪ ਜਪ ਜਿਵ ਹੈ ਸੰਤ ਜਨ ਪਾਪਾ ਮਲ ਧੋਵੈ। ਲੋ ਜਿਹੜੇ ਸੰਤ ਜਨ ਨੇ, ਸੰਤ ਲੋਕ ਨੇ, ਸਾਈਂ ਲੋਕ ਨੇ, ਉਹ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਨ ਤੇ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਜਿਉਂਦੇ ਹਨ। ਭਾਵ ਉਹਨਾਂ ਦਾ ਨਾਮ ਦੇ ਨਾਲ ਇੰਨਾ ਪਿਆਰ ਹੋ ਜਾਂਦਾ ਹੈ,
ਉਹ ਨਾਮ ਤੋਂ ਬਿਨਾਂ ਇੱਕ ਮਿੰਟ ਵੀ ਰਹਿ ਨਹੀਂ ਸਕਦੇ। ਸਤਿਗੁਰੂ ਨੇ ਬੜੀਆਂ ਸੁੰਦਰ ਉਦਾਹਰਣਾਂ ਦਿੱਤੀਆਂ ਹਨ। ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਰਤੇ ਸਹਿ ਆਪਣਾ ਤਿਨ ਪਾਵੈ ਸਭ ਕੋਈ। ਜਿਉ ਮਛਲੀ ਬਿਨ ਪਾਣੀਆਂ ਕਿਉ ਜੀਵਨ ਪਾਵੈ, ਬੂੰਦ ਬਿਹੂਣਾ ਚਾਤਰ ਕੋ ਕਿਉ ਕਰ ਤ੍ਰਿਪਤਾਵੈ। ਨਾਦ ਕੁਰੰਕੈ ਬੇਦਿਆ ਸਨਮੁਖ ਉਠ ਧਾਵੈ, ਪਵਰ ਲੋਭੀ ਕੁਸੁਮ ਬਾਸ ਕਾ ਮਿਲ ਆਪ ਬੰਧਾਵੈ। ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ। ਉਹਨਾਂ ਸਾਈਂ ਲੋਕਾਂ ਦਾ, ਉਹਨਾਂ ਮਹਾਂਪੁਰਖਾਂ ਦਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਇੰਨਾ ਪਿਆਰ ਹੋ ਜਾਂਦਾ ਹੈ, ਜਿੰਨਾ ਕਿਸੇ ਅਮਲੀ ਦਾ ਅਮਲ ਦੇ ਨਾਲ, ਮੱਛੀ ਦਾ ਪਾਣੀ ਨਾਲ, ਭੌਰੇ ਦਾ ਫੁੱਲ ਦੀ ਸੁਗੰਧੀ ਨਾਲ, ਹਰਨ ਦਾ ਘੰਡਾ ਹੇੜੇ ਦੇ ਸ਼ਬਦ ਨਾਲ ਸਨੇਹ ਹੁੰਦਾ ਹੈ। ਜਪ ਜਪ ਜੀਵੈ ਸੰਤ ਜਨ। ਇਸੇ ਲਈ ਵਾਹਿਗੁਰੂ ਦੇ ਪਿਆਰੇ ਸੰਤ ਲੋਕ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪ ਕੇ ਜਿਉਂਦੇ ਹਨ। ਪਾਪਾਂ ਮਲ ਧੋਵੈ, ਤੇ ਨਾਲ ਹੀ ਨਾਮ ਦੁਆਰਾ ਉਹ ਪਾਪਾਂ ਦੀ ਮੈਲ ਨੂੰ ਵੀ ਧੋ ਲੈਂਦੇ ਨੇ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਸਿਮਰਨ ਦੁਆਰਾ ਮਨ ਦੀ ਮੈਲ ਵੀ ਧੋਤੀ ਜਾਂਦੀ ਹੈ। ਚਰਨ ਕਮਲ ਹਿਰਦੈ ਵਸਹਿ, ਸੰਕਟ ਸਭ ਖੋਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹਰ ਵੇਲੇ ਸਿਮਰਨ ਕਰਦਿਆਂ ਹੋਇਆਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦੇ ਹਨ। ਸੰਕਟ ਸਭ ਖੋਵੈ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਸਾਰੇ ਦੁੱਖ ਹੋਵੈ ਨਾਸ਼ ਕਰ ਦਿੰਦਾ ਹੈ। ਗੁਰਪੂਰਾ ਜਿਸ ਭੇਟਿਐ, ਮਰ ਜਨਮ ਨਾ ਰੋਵੈ। ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਸ ਨੂੰ ਪੂਰਾ ਗੁਰੂ ਮਿਲ ਜਾਵੇ, ਮਰ ਜਨਮ ਨਾ ਰੋਵੈ, ਤੇ ਉਹ ਮਰ ਕੇ ਕਦੇ ਵੀ ਜੰਮਦਾ ਨਹੀਂ ਹੈ ਤੇ ਨਾ ਹੀ ਰੋਂਦਾ ਹੈ। ਕਿਉਂਕਿ ਜਦੋਂ ਬੱਚਾ ਜਨਮ ਲੈਂਦਾ ਉਸ ਵੇਲੇ ਵੀ ਰੋਂਦਾ ਹੈ ਤੇ ਸਾਰੀ ਉਮਰ ਹੀ ਰੋਂਦਾ ਰਹਿੰਦਾ, ਤੇ ਜਦੋਂ ਮਰਦਾ ਉਸ ਵੇਲੇ ਵੀ ਰੋਂਦਾ ਹੈ। ਪਰ ਹਜ਼ੂਰ ਕਹਿੰਦੇ, ਜਿਸ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਉਹ ਨਾ ਕਦੀ ਜੰਮਦਾ ਰੋਂਦਾ, ਨਾ ਸੰਸਾਰ ਵਿੱਚ ਰਹਿੰਦਿਆਂ ਰੋਂਦਾ, ਤੇ ਨਾ ਹੀ ਮਰਨ ਵੇਲੇ ਰੋਂਦਾ ਹੈ। ਔਰ ਉਹਨੂੰ ਹਮੇਸ਼ਾ ਆਨੰਦ ਹੀ ਆਨੰਦ, ਖੁਸ਼ੀਆਂ ਹੀ ਖੁਸ਼ੀਆਂ, ਖੇੜਾ ਹੀ ਖੇੜਾ ਪ੍ਰਾਪਤ ਹੋ ਜਾਂਦਾ ਹੈ। ਪ੍ਰਭ ਦਰਸ ਪਿਆਸ ਨਾਨਕ ਕਣੇ, ਕਿਰਪਾ ਕਰ ਦੇਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀ ਘਣੀ ਬਹੁਤੀ ਪਿਆਸ ਲੱਗੀ ਹੋਈ ਹੈ, ਕਿਰਪਾ ਕਰ ਦੇਵੈ। ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਦਰਸ਼ਨ ਦਿੰਦਾ ਹੈ। ਇਹਦਾ ਮਤਲਬ ਇਹ ਹੈ, ਸਾਡੇ ਤੇ ਵੀ ਉਹ ਵਾਹਿਗੁਰੂ ਕਿਰਪਾ ਕਰੇ, ਸਾਡੇ ਮਨ ਦੇ ਵਿੱਚ ਵੀ ਉਹਦੇ ਦਰਸ਼ਨਾਂ ਲਈ ਸਿੱਖ ਹੈ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਕੋਲੀ ਜੀਓ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਸਾਡੇ ਮਨ ਦੇ ਵਿੱਚ ਵੀ ਦਰਸ਼ਨਾਂ ਦੀ ਘਣੀ ਪਿਆਸ ਹੈ। ਵਾਹਿਗੁਰੂ ਸਾਡੇ ਤੇ ਮਿਹਰ ਕਰੇ, ਕਿਰਪਾ ਕਰਕੇ ਸਾਨੂੰ ਵੀ ਦਰਸ਼ਨ ਦੇਵੇ, ਅਸੀਂ ਆਪਣੇ ਜੀਵਨ ਨੂੰ ਸਫਲ ਸਮਝਾਂਗੇ। ਸ਼ਲੋਕ ਦਖਣਾ ਮਹੱਲਾ ਪੰਜਵਾਂ। ਪੋਰੀ ਪਰਮ ਵੰਜਾਏ, ਪਿਰੀ ਮੁਹੱਬਤ ਹਿੱਕ ਤੂੰ। ਲਓ ਹੁਣ ਅੱਗੇ ਸ਼ਲੋਕ ਦਖਣਾ। ਇਹ ਲਹਿੰਦੇ ਦੇਸ਼ ਦੀ ਬੋਲੀ ਹੈ, ਜਿੱਥੇ ਦੱਦੇ ਦੀ ਥਾਂ ਤੇ ਡੱਡੇ ਦੀ ਵਰਤੋਂ ਕੀਤੀ ਜਾਂਦੀ ਹੈ। ਈੜੀ ਤੇ ਸੱਸੇ ਦੀ ਥਾਂ ਤੇ ਹਾਹੇ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਹੋਰ ਉਹਨਾਂ ਦੀ ਭਾਸ਼ਾ ਦੇ ਸ਼ਬਦ ਗੁਰੂ ਮਹਾਰਾਜ ਨੇ ਇੱਥੇ ਵਰਤੇ ਨੇ। ਸ਼ਲੋਕ ਦਖਣਾ ਮਹੱਲਾ ਪੰਜਵਾਂ। ਜਿਵੇਂ ਪਿੱਛੇ ਸ਼ਲੋਕ ਦੋਹੇ ਦੀ ਕਿਸਮ ਦਾ ਸੀ, ਇਹ ਸ਼ਲੋਕ ਦੱਖਣ ਦੇ ਦਿਸ਼ਾ ਦੇ ਵਿੱਚ, ਪਾਵਜੀ ਦੇ ਵਿੱਚ ਲਹਿੰਦੇ ਦੇਸ਼ ਦੀ ਬੋਲੀ ਦੇ ਸ਼ਬਦ ਵਰਤੇ ਗਏ ਹੋਣ, ਉਹ ਸ਼ਲੋਕ ਦਖਣਾ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹਨ। ਪੋਰੀ ਪਰੋਂ ਵੰਜਾਏ, ਪਿਰੀ ਮੁਹੱਬਤ ਹਿੱਕ ਤੂੰ। ਸਤਿਗੁਰੂ ਦੇ ਚਰਨਾਂ ਵਿੱਚ ਕਿਸੇ ਜਿਗਿਆਸੂ ਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕਿਵੇਂ ਹੋ ਸਕਦੇ ਹਨ? ਤਾਂ ਹਜ਼ੂਰ ਕਹਿੰਦੇ ਨੇ, ਪੋਰੀ ਪਰੋਂ ਵਜਾਏ, ਪਿਰੀ ਮੁਹੱਬਤ ਹਿੱਕ ਤੂੰ। ਜੇ ਤੂੰ ਉਸ ਹਿੱਕ ਦਾ ਅਰਥ ਹੈ ਇੱਕ, ਜੇ ਤੂੰ ਇੱਕ ਪਿਰੀ ਪਤੀ ਪਰਮੇਸ਼ਰ ਦੇ ਨਾਲ ਮੁਹੱਬਤ ਪਿਆਰ ਪਾ ਲਵੇਂ, ਪੋਰੀ ਪਰੋਂ ਵਜਾਏ। ਭੋਰੀ ਦਾ ਅਰਥ ਰਤਾ ਪਰ, ਰੰਚਕ ਪਰ, ਜੋ ਤੇਰੇ ਅੰਦਰ ਭਰਮ ਦੀ ਅੰਸ਼ ਹੈ, ਵੰਜਾਏ, ਇਹ ਦੂਰ ਹੋ ਜਾਵੇ,
ਫਿਰ ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਹੋ ਸਕਦੇ ਹਨ। ਇੱਕ ਤਾਂ ਜਿਹੜਾ ਇਹ ਭਰਮ ਦੀ ਪੂਰੀ ਰਤੀ ਹੈ ਇਹ ਦੂਰ ਹੋ ਜਾਵੇ, ਦੂਸਰਾ ਹੋਰ ਸਭ ਪਾਸਿਆਂ ਤੋਂ ਹਟ ਕੇ ਤੇਰਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਪੈ ਜਾਵੇ, ਫਿਰ ਉਹ ਦਰਸ਼ਨ ਦੀਦਾਰੇ ਦਿੰਦਾ ਹੈ। ਜਿਤੋਂ ਵੰਜਨ ਜਾਏ ਤੇ ਥਾਉ ਮੌਜੂਦ ਸੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੱਥੋਂ ਹੋ ਵੰਜੈ, ਜਿੱਥੋਂ ਤੂੰ ਵੰਜੈ ਦਾ ਅਰਥ ਜਾਣਾ ਹੈ, ਜਾਏ ਜਿੱਥੇ ਜਾ ਕੇ ਪਹੁੰਚਣਾ ਹੈ। ਕਿਉਂਕਿ ਇੱਕ ਤਾਂ ਉਹ ਥਾਂ ਹੈ ਜਿੱਥੇ ਅਸੀਂ ਰਹਿੰਦੇ ਹਾਂ, ਦੂਸਰੀ ਉਹ ਥਾਂ ਜਿੱਥੇ ਜਾਣਾ ਹੈ। ਇਹਦਾ ਮਤਲਬ ਇਹ ਹੈ ਜਿੱਥੋਂ ਵੰਜੈ, ਆਹ ਸੰਸਾਰ ਜਿੱਥੋਂ ਅਸੀਂ ਯਾਤਰਾ ਸ਼ੁਰੂ ਕੀਤੀ ਹੈ। ਜਾਏ ਦਾ ਅਰਥ ਹੈ ਪਰਲੋਕ ਦਰਗਾਹ ਰੱਬ ਦੀ, ਜਿੱਥੇ ਜਾਣਾ ਹੈ। ਤੇ ਥਾਉ ਮੌਜੂਦ ਸੋਏ, ਫਿਰ ਉੱਥੇ ਤੁਹਾਨੂੰ ਉਹ ਅਕਾਲ ਪੁਰਖ ਵਾਹਿਗੁਰੂ ਐਨ ਮੌਜੂਦ ਪ੍ਰਤੱਖ ਦੀਦਾਰੇ ਬਖਸ਼ਿਸ਼ ਕਰੇਗਾ। ਇਹਦਾ ਮਤਲਬ ਇਹ ਹੈ ਜਦੋਂ ਸਾਡੇ ਮਨ ਦੇ ਵਿੱਚੋਂ ਭਰਮ ਦੂਰ ਹੋ ਜਾਂਦਾ ਹੈ ਤੇ ਸਾਡਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਟੁੱਟ ਪ੍ਰੇਮ ਹੋ ਜਾਂਦਾ ਹੈ, ਤੇ ਫਿਰ ਜਿੱਥੇ ਵੀ ਅਸੀਂ ਰਹਿੰਦੇ ਹਾਂ, ਚਾਹੇ ਇਸ ਮਾਤ ਲੋਕ ਦੇ ਵਿੱਚ ਚਾਹੇ ਪਰਲੋਕ ਦੇ ਵਿੱਚ, ਸਭ ਥਾਵਾਂ ਤੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੁੰਦੇ ਹਨ।